ਇੱਥੇ ਆ ਕੇ ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਦਾ ਪਾਵਨ ਉਪਦੇਸ਼ ਵੀ ਸਰਵਣ ਨਹੀਂ ਕਰ ਸਕਦੇ। ਇਹ ਕਿਰਪਾ ਨਾਲ ਹੀ ਆਪਾਂ ਇੱਥੇ ਆ ਕੇ ਜੁੜ ਕੇ ਗੁਰੂ ਸਾਹਿਬ ਦਾ ਪਵਿੱਤਰ ਉਪਦੇਸ਼, ਪਾਵਨ ਇਤਿਹਾਸ, ਬਾਣੀਆਂ, ਕਹਾਣੀਆਂ, ਗੁਰੂ ਸਾਹਿਬ ਦੀ ਬਾਣੀ ਦਾ ਆਨੰਦ ਮਾਣ ਸਕਦੇ ਹਾਂ। ਇਸ ਲਈ ਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਚਾਹੀਦਾ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਆ ਕੇ ਗੁਰੂ ਸਾਹਿਬ ਦੀ ਬਾਣੀ ਲਾ ਕੇ ਕੋਟਾਨ ਕੋਟ ਸ਼ੁਕਰਾਨਾ ਕਰੀਏ, ਜਿਨ੍ਹਾਂ ਨੇ ਸਾਨੂੰ ਇੱਕ ਤਾਂ ਆਪ ਦਰਸ਼ਨ ਦੀਦਾਰੇ ਦੇ ਕੇ ਨਵਾਜਿਆ, ਘੰਟਿਆਂ ਬੱਧੀ ਸਮਾਧੀ ਲਾ ਕੇ ਆਪਦੀ ਗੋਦ ਵਿੱਚ ਜੁੜਨ ਦਾ ਸੁਭਾਗ ਬਖਸ਼ਿਆ। ਕਿਉਂਕਿ ਜੇ ਗੁਰੂ ਸਾਹਿਬ ਕਿਰਪਾ ਨਾ ਕਰਨ ਤਾਂ ਅਸੀਂ ਇੱਥੇ ਆ ਕੇ ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਦਾ ਪਾਵਨ ਉਪਦੇਸ਼ ਵੀ ਸਰਵਣ ਨਹੀਂ ਕਰ ਸਕਦੇ। ਇਹ ਕਿਰਪਾ ਨਾਲ ਹੀ ਆਪਾਂ ਇੱਥੇ ਆ ਕੇ ਜੁੜ ਕੇ ਗੁਰੂ ਸਾਹਿਬ ਦਾ ਪਵਿੱਤਰ ਉਪਦੇਸ਼, ਪਾਵਨ ਇਤਿਹਾਸ, ਬਾਣੀਆਂ, ਕਹਾਣੀਆਂ, ਗੁਰੂ ਸਾਹਿਬ ਦੀ ਬਾਣੀ ਦਾ ਆਨੰਦ ਮਾਣ ਸਕਦੇ ਹਾਂ। ਇਸ ਲਈ ਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਚਾਹੀਦਾ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਸਭ ਇਹਨਾਂ ਦੀ ਕਿਰਪਾ ਹੀ ਹੈ ਜੋ ਅਸੀਂ ਇੱਥੇ ਬੈਠੇ ਹਾਂ, ਅਸੀਂ ਆ ਖੜੇ ਹਾਂ ਆਪਦੇ ਚਰਨਾਂ 'ਚ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਵੱਡਾ ਉਪਰਾਲਾ ਬਖਸ਼ਿਆ, ਇਤਿਹਾਸ ਨੂੰ ਸੰਭਾਲਣ ਦਾ ਉਪਰਾਲਾ। ਕਿਉਂਕਿ ਇਹ ਜਿਹੜਾ ਕੰਗ ਨਗਰ ਆ ਨਾ, ਇਹ ਸਿੱਖੀ ਦਾ ਧੁਰਾ, ਸਿੱਖ ਇਤਿਹਾਸ ਦਾ ਕੇਂਦਰੀ ਨਗਰ ਹੈ। ਪੂਰੀ ਕੌਮ ਦੀਆਂ ਨਜ਼ਰਾਂ ਇਸ ਨਗਰ ਤੇ ਲੱਗੀਆਂ ਹੋਈਆਂ ਨੇ। ਕਿਉਂਕਿ ਜੋ ਨਗਰ ਯੋਧਿਆਂ ਦੇ ਨਗਰ ਹੁੰਦੇ ਨੇ, ਇਹਨਾਂ ਨਗਰਾਂ ਨੂੰ ਜਦੋਂ ਕੋਈ ਯਾਦ ਕਰਦਾ, ਲੱਖਾਂ ਵਾਰੀ ਸਿਰ ਝੁਕਦਾ ਉਸ ਮਿੱਟੀ ਅੱਗੇ। ਤੇ ਅੱਜ ਤਾਂ ਆਪਾਂ ਖੁਦ ਆਏ ਹਾਂ ਇਸ ਮਿੱਟੀ ਨੂੰ ਨਤਮਸਤਕ ਹੋਣ ਵਾਸਤੇ। ਬਹੁਤ ਭਾਗਾਂ ਵਾਲੇ ਆ। ਇਹ ਕੰਗ ਪਿੰਡ, ਇਹ ਕੌਮ ਦਾ ਸਰਮਾਇਆ ਪਿੰਡ, ਇਹ ਕੌਮ ਦਾ ਅਨਮੋਲ ਖਜ਼ਾਨਾ ਪਿੰਡ। ਇਹ ਹੀਰੇ ਜਵਾਹਰਾਤਾਂ, ਇਹ ਲਾਲਾਂ ਤੋਂ ਮਹਿੰਗਾ ਇਸ ਨਗਰ ਦਾ ਜ਼ਰਰਾ ਜ਼ਰਰਾ। ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਛੁਪਿਆ ਹੋਇਆ ਜਿੱਥੇ। ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਸ਼ੂ ਨਾ ਬੋਲ, ਭਰੇ ਭੰਡਾਰ ਅਖੂਟ ਤੋਲ। ਇਸ ਧਰਤੀ ਨੇ ਇਹੀ ਜੀ ਸਵਾਤੀ ਬੂੰਦ ਅਰਸ਼ਾਂ ਤੋਂ ਇਸ ਧਰਤੀ ਦੇ ਉੱਤੇ ਸੁੱਟੀ। ਇਹ ਧਰਤੀ ਨੇ ਉਹ ਮਹਾਨ ਯੋਧਾ ਪੈਦਾ ਕੀਤਾ, ਭਾਈ ਬਲਾਕਾ ਸਿੰਘ ਜੀ ਤੋਂ ਗੁਰੂ ਸਾਹਿਬ ਨੇ ਏਡੀ ਵੱਡੀ ਸੇਵਾ ਲਈ। ਜੇ ਭਾਈ ਬਲਾਕਾ ਸਿੰਘ ਜੀ ਨਾ ਬੀਕਾਨੇਰ ਜਾਂਦੇ, ਨਾ ਸਿੰਘਾਂ ਨੂੰ ਦੱਸਦੇ, ਤਾਂ ਰੰਗੜ ਦਾ ਸਿਰ ਕੱਦੂ ਵਾਂਗੂ ਲਾ ਕੇ ਕਦੇ ਨਾ ਸਿੰਘ ਸੁੱਟਦੇ, ਤੇ ਦਰਬਾਰ ਸਾਹਿਬ ਦੀ ਇਸ ਮਹਾਨ ਮਰਿਆਦਾ ਨੂੰ ਕਦੇ ਨਾ ਆਪਾਂ ਬਚਾ ਸਕਦੇ ਤੇ ਉਹਦੇ ਤੇ ਪਹਿਰਾ ਦੇ ਸਕਦੇ। ਸੋ ਪ੍ਰਣਾਮ, ਕੋਟ ਕੋਟ ਪ੍ਰਣਾਮ ਇਸ ਨਗਰ ਨੂੰ, ਇਹ ਧਰਤੀ ਨੂੰ, ਉਹ ਬਲਾਕਾ ਸਿੰਘ ਜੀ ਨੂੰ। ਧੰਨ ਉਹਨਾਂ ਦੇ ਮਾਤਾ ਪਿਤਾ, ਧੰਨ ਇਹ ਧਰਤੀ ਜਿਹਨੇ ਯੋਧਾ ਪੈਦਾ ਕੀਤਾ। ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਐਸੀਆਂ ਰੂਹਾਂ ਨੂੰ ਹੀ ਬਾਰ-ਬਾਰ ਧਰਤੀ ਤੇ ਆਉਣ ਤੇ ਜੀ ਆਇਆਂ ਸਵਾਗਤ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਸਾਹਿਬ ਨੇ ਆਪ ਕੀਤਾ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਾਨ ਆਵਨ ਕਹੈ ਸੁਆਓ, ਜਨ ਕਾ ਸੰਗਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਹਿ ਜਨ ਕੋ ਸਦਾ ਨਮਸਕਾਰ। ਤੁਸੀਂ ਵੀ ਬਹੁਤ ਕਰਮਾਂ ਵਾਲੇ ਹੋ ਜਿਨ੍ਹਾਂ ਤੋਂ ਗੁਰੂ ਸਾਹਿਬ ਇਤਿਹਾਸ ਨੂੰ ਸੰਭਾਲਣ ਦੀ ਸੇਵਾ ਲੈ ਰਹੇ ਨੇ। ਕਿਉਂਕਿ ਆਪਾਂ ਹੀ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ, ਉਹ ਤਾਂ ਕੁਰਬਾਨੀ ਕਰ ਗਏ। ਹੁਣ ਤਾਂ ਸਾਡਾ ਫਰਜ਼ ਬਣਦਾ ਤਾਂ ਕਿ ਉਹ ਸੱਚਖੰਡ ਵਿੱਚ ਬੈਠੇ ਇਹ ਕਹਿਣ, ਹਾਂ ਤੁਸੀਂ ਵੀ ਆਪਦੀ ਜ਼ਿੰਮੇਵਾਰੀ ਨਿਭਾਤੀ, ਤੁਸੀਂ ਵੀ ਸਾਡੇ ਇਤਿਹਾਸ ਨੂੰ ਜਿਨ੍ਹਾਂ ਲਈ ਅਸੀਂ ਜਾਨਾਂ ਵਾਰੀਆਂ ਨੇ ਉਹ ਬੱਚਿਆਂ ਤੱਕ ਪਹੁੰਚਾ ਸਕੇ। ਇਹ ਬਹੁਤ ਵੱਡੀ ਕਿਰਪਾ ਗੁਰੂ ਸਾਹਿਬ ਦੀ ਹੋਈ ਆ। ਇਸ ਕਰਕੇ ਆਪਾਂ ਸਾਰੇ ਫਤਿਹ ਬੁਲਾਈਏ। ਫਤਿਹ ਵਿੱਚ ਸ਼ੁਕਰਾਨਾ ਵੀ ਆ, ਗੁਰੂ ਸਾਹਿਬ ਦਾ ਧੰਨਵਾਦ ਵੀ ਆ ਇਸ ਘੜੀ ਲਈ ਜਿਹੜੀ ਗੁਰੂ ਸਾਹਿਬ ਨੇ ਬਖਸ਼ੀ ਹੈ। ਜਿੰਨੀ ਵਾਰੀ ਜੀ ਮਰਜ਼ੀ ਫਤਿਹ ਬੁਲਾਈ ਜਾਵੇ, ਗੱਜ ਕੇ ਬੁਲਾਇਆ ਕਰੋ, ਕਿਉਂਕਿ ਕੋਈ ਫਾਰਮੈਲਿਟੀ, ਕੋਈ ਰਸਮ ਤਾਂ ਹੈ ਨਹੀਂ। ਬਾਜਾਂ ਵਾਲੇ ਪਿਤਾ ਦੇ ਚਰਨਾਂ 'ਚ ਹਾਜ਼ਰੀਆਂ ਲੱਗਦੀਆਂ ਨੇ। ਸਾਰੇ ਭੈਣ ਭਰਾ, ਸਾਰੀ ਸੰਗਤ ਜਿੱਥੇ ਤੱਕ ਆਵਾਜ਼ ਪਹੁੰਚਦੀ ਆ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਦੁਨੀਆ ਭਰ ਦੀਆਂ ਕੌਮਾਂ ਦਾ ਇਤਿਹਾਸ ਬੜੇ ਧਿਆਨ ਨਾਲ ਦੇਖਣਾ ਚਾਹੀਦਾ ਹੈ। ਇਸ ਧਰਤੀ ਦੇ ਉੱਤੇ ਸੰਸਾਰ ਦੇ ਵਿੱਚ ਬਹੁਤ ਕੌਮਾਂ ਨੇ, ਬਹੁਤ ਭਾਈਚਾਰੇ ਨੇ,
बहुत पीर पैगंबरां दे समाचार मिलते हैं सानू, तो सानू ये देखना चाहिए भी उन्हां दा सुनेहा की सी दुनिया नूं ते उन्हां दियां लड़ाइयां की सी। तो जदों असीं ये पूरे संसार के इतिहास की पड़चोल करते हैं तो असीं फिर आउणे आ गुरु नानक देव जी ते, फिर आपदे इतिहास वाल असीं नज़र मारते हैं तो साडा सिर शरधा नाल झुक भी जाता तो मान नाल उच्चा भी हो जाता है। किवें हो जाता है? तो तुसीं ध्यान नाल पढ़ो, वर्ल्ड के इतिहास में कोई एक भी मिसाल नहीं दे सकिया बई कोई कौम सरबत के भले लिए लड़ी होवे, नहीं लड़ी। तो किसी कौम के रहबर ने सरबत का भला मंगया होवे, ठीक है, मंगया भला जो भी उन्होंने मंगया उन्होंने दिते ने उपदेश, पर फिर भी उन्होंने दियां वड्डियां पै गईयां, वो पूरी दुनिया नूं गलवकड़ी च लै नहीं सके। ये स्टडी आ पूरे संसार के इतिहास की। तो गुरु नानक देव जी महाराज किड्डा वड्डा कंसैप्ट दुनिया नूं दिता बई आ छड्डो, आ जिहड़ियां बट्टां बनाईयां ने ये थल्ले वालियां ने धर्म के लाइसेंसधारियां ने बनाईयां ने, इन्हां ते कराह फेर दो, सारी दुनिया एक है, उपर वैगरू एक है, असीं सारे एक हाँ, ते सारियां दा भला मंगया करो। ये तुहाडा इस धरती ते जन्म लैण दा मनोरथ है। ये गुरु नानक देव जी महाराज ने कहा है, नानक नाम चढ़दी कला तेरे भाणे सरबत दा भला, किसी ने नहीं कहा। किड्डा मान है, किड्डा सुनेहा। सो मैं प्रबंधकों का धन्यवाद भी करदा, थोड़ा भी वीर जी, सारिਆਂ ਦਾ करदा, भैन जी तुहाडा भी करदा, क्योंकि अपने बच्चों को जे हुण तो ही आपां गुरबाणी नाल इतिहास नाल जोड़ांगे तो आउण वाले समय में ये इस स्टेज नूं संभालणगे जिहड़ी स्टेज ते आपां हुण खड़े हाँ। इन्हां ने आउणा स्टेज के उत्ते। किड्डा सुनेहा, किड्डा फलसफा, किड्डी विचारधारा, किड्डा खजाना सारी दुनिया का साझा। ते अपना जिहड़ा इतिहास है ਉਹਦੀ ਜਿਹੜੀ ਇੰਪਲੀਮੈਂਟ ਹੋਈ ਇਹ ਸੁਨੇਹੇ ਦੀ, ਉਹ ਇਤਿਹਾਸ ਬਣਿਆ। ਗੁਰੂ ਸਾਹਿਬ ਨੇ ਤਾਂ ਸੁਨੇਹਾ ਦਿੱਤਾ ਸਾਰੇ ਸੰਸਾਰ ਦਾ ਭਲਾ ਮੰਗੋ, ਸਾਰਿਆਂ ਨੂੰ परमात्मा की औलाद बन के सारिਆਂ ਨਾਲ प्यार करो। अव्वल अल्लाह नूर पाया कुदरत के सब बंदे, एक नूर ते सब जग उपजा कौन भले को मंदे। पता नहीं किन्ने क थां गुरु ग्रंथ साहब च ये गल कहती, सभे साझी बाल सदैन तू किसी ने दस्या बाहरा जियो। पता नहीं किन्नी बार गुरु साहब आपां नूं ये गल समझा रहे ने, तेरे मन दे विच किसी लई फर्क नहीं चाहिए, क्योंकि जिहड़ा सामने खड़ा इहनूं इस नज़र नाल ना देखीए किसी होर धर्म दा बंदा, उहदे विच भी उही वैगुरू दी जोत आ जिहड़ी तेरे च है। तो जिन्हां ने इहदे ते पहरा दिता वो साडा इतिहास बन गया। गुरबाणी वैगुरू दा सुनेहा ते जिहड़े पहरा देण वाले ने वो साडा इतिहास है। सो दोवें साडे लई बहुत कीमती ने। तो जे आपां इस इतिहास नूं दुनिया विच लैके जावांगे, क्योंकि हुण तां सारा वर्ल्ड सुणदा, क्योंकि हुण तां लाइव चलदे ने, सारी संगत सुणदी आ, दुनिया भर दे विच सुण रहे ने। ते जे आपां ये सुनेहा दुनिया च लैके जावांगे, दुनिया दा बहुत वड्डा भला इस गल दे विच। लोग जरजोरू जमीन दियां लड़ाइयां चों निकल के लोग किसी लई दया करनगे, किसी दे भले लई सोचणगे ते किसी दे भले वास्ते कोई ना कोई उद्यम करनगे। क्योंकि जदों बंदे दी सोच ही नहीं चंगी, सोच ही फिरका प्रस्ती दी आ, सोच ही छोटी आ, सोच ही किसी का खजाना दबण दी आ, सोच ही किसी का तख्त खोण दी आ, सोच ही किसी दूजे मुल्क के उत्ते आपदा झंडा चलाउण दी आ, ते भला ओह किसी दा की करूगा। जिहड़ा साडा इतिहास आ वीर जी, इहनूं आपां बड़े ध्यान नाल जे तरतीब देनी आ तो इस तरह दो। गुरु नानक देव जी महाराज तो लैके गुरु गोबिंद सिंह जी तक गुर इतिहास तरतीबवार समझण का यतन करो। इको ही गल ते सारे गुरु साहब ने पहरा दिता कि वैगुरू एक आ, असीं एक आ। चाहे प्यार नाल चाहे हथियार नाल, वो तुहाडा पैंतड़ा मौके का होऊगा, पर मंगना भला ही आ। ते गुरु गोबिंद सिंह जी महाराज तो बाद बंदा सिंह बहादुर ने जदों तलवार चुकी, इसे फलसफे नूं लागू करन दी खातर बैर किसे नाल नहीं, पर असीं दुष्ट नहीं रहण देणे। आ सी निशाना, असी जरासीम नहीं रहन देने, असी बैक्टीरिया नहीं रहन देने, असी कीटाणु मारने ने। पापी कर्म कमांदे करदे हाय हाय, नानक जो मथन बधाने तो मथे धर्म राए, पर भला सरबत दा मंगदे आ, बैर किसे नाल नहीं। ते बंदा सिंह बहादुर तो लैके जिहड़ा साडा इतिहास है, ये महाराजा रणजीत सिंह तक चले जाइए, इहनूं कहंदे ने सिख इतिहास। इहदे च ही बड्डियां बड्डियां कुर्बानियां, इहदे च ही जंगलां च रहना पिया। इस दौर के बच्चे सिंघां दे सिरां दे मुੱਲ पाए गए, इसे दौर च चरखड़ियां ते चढ़े गए, इसे दौर च बहुत ज़्यादा बड़ियां कुर्बानियां हुईयां, पर भले वास्ते। तो उस तो बाद नामधारियां तो शुरू कर लिया, जिन्होंने कूके कहने आप, जिन्होंने तोपां नाल उड़ा दिता सी, क्योंकि उन्होंने बुच्चड़ बढ़ते सी, बुच्चड़ गऊआं बढ़ते सी, उन्होंने बुच्चड़े बढ़ते। तो उन्होंने जड़ियां सजावां दित्तियां गईयां, तोपां नाल उड़ाया गया। अज तक ये साडा कौमी इतिहास है। तो जिहड़ा अज दे इतिहास नाल साडा संबंध है, वो बंदा बहादुर तो बाद दे हालात ने। जिहड़ा फर्क शेयर सी
ਫਰਖਸ਼ੀਅਰ ਨੇ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਸ਼ਹੀਦ ਕੀਤੇ। ਤੇ ਫਰਖਸ਼ੀਅਰ ਨੇ ਜਿਹੜਾ ਆਬਦ ਸਮਦ ਖਾਂ ਸੀ, ਗੱਲ ਕਹਿਣੀ ਚਾਹੁੰਦਾ ਤੂੰ? ਕਿਸੇ ਦਾ ਫੋਨ ਡਿੱਗ ਪਿਆ ਭਾਈ, ਫੋਨ ਬਿਨਾਂ ਤਾਂ ਗੱਲ ਹੀ ਨਹੀਂ ਬਣਦੀ। ਫੋਨ ਬਿਨਾਂ ਤਾਂ ਐਂ ਲੱਗਦਾ ਜਿਵੇਂ ਕਾਲੇ ਪਾਣੀਆਂ 'ਚ ਖੜਾ ਹੋਵੇ ਬੰਦਾ, ਉਹ ਦੁਨੀਆ ਨਾਲ ਨਾਤਾ ਹੀ ਟੁੱਟ ਜਾਂਦਾ। ਜੇ ਫੋਨ ਡਿੱਗ ਪਵੇ ਤਾਂ ਬੰਦੇ ਨੂੰ ਐਂ ਲੱਗਦਾ ਵੀ ਸਭ ਕੁਛ ਹੀ ਪਤਾ ਨਹੀਂ ਖੋ ਗਿਆ, ਮੇਰੇ ਕੋਲ ਤਾਂ ਕੁਛ ਵੀ ਨਹੀਂ ਬਚਿਆ। ਸੋ ਇਸ ਕਰਕੇ ਵੀਰ ਜੀ, ਫੋਨ ਤਾਂ ਅੱਜ ਦੀ ਦੁਨੀਆ ਦਾ ਸਭ ਤੋਂ ਵੱਡਾ, ਇੱਕ ਦੁਨੀਆ ਨਾਲ ਲਿੰਕ ਬਣਾਉਣ ਦਾ ਸਭ ਤੋਂ ਵੱਡਾ ਲੇਟੈਸਟ ਅਪਡੇਟ ਸਾਧਨ ਹੈ। ਇਸ ਕਰਕੇ ਸਾਡੇ ਵੀਰ ਜੀ ਕੋਲੋਂ ਲੈ ਜਿਓ। ਛੋਟਾ ਭਰਾ ਸਾਡਾ ਕਥਾਵਾਚਕ ਇੰਗਲੈਂਡ ਜਾ ਰਿਹਾ ਤੇ ਬਹੁਤ ਵਧੀਆ ਕਿਤਾਬ ਵੀ ਲਿਖੀ ਹੈ, ਬਹੁਤ ਧੰਨਵਾਦ। ਆਬਦ ਸਮਦ ਖਾਂ, ਉਹਨੂੰ ਮੁਲਤਾਨ ਦਾ ਸੂਬੇਦਾਰ ਬਣਾਇਆ ਫਰਖਸ਼ੀਅਰ ਨੇ। ਉਹਦੇ ਪੁੱਤਰ ਜ਼ਕਰੀਏ ਨੂੰ ਲਾਹੌਰ ਦਾ। ਅੱਖਾਂ 'ਚ ਰੜਕਦਾ ਸੀ ਪੰਥ। ਰੜਕਦਾ ਕਿਉਂ ਸੀ? ਬਈ ਅਸੀਂ ਇੱਥੇ ਮਨਮਾਨੀਆਂ ਕਰਨੀਆਂ ਚਾਹੁੰਦੇ ਹਾਂ, ਅਸੀਂ ਇੱਥੇ ਰਾਜ ਕਰਨਾ ਚਾਹੁੰਦੇ ਹਾਂ, ਅਸੀਂ ਇਹਨਾਂ ਤੇ ਹਕੂਮਤ ਕਰਨਾ ਚਾਹੁੰਦੇ ਹਾਂ, ਅਸੀਂ ਧੱਕਾ ਕਰਨਾ ਚਾਹੁੰਦੇ ਹਾਂ, ਅਸੀਂ ਆਪਦੀ ਮਰਜ਼ੀ ਨਾਲ ਇੱਥੇ ਸਰਕਾਰ ਚਲਾਉਣਾ ਚਾਹੁੰਦੇ ਹਾਂ। ਇਹ ਰੋਕਦੇ ਨੇ, ਇਹ ਰੋਕਦੇ ਨੇ। ਇਹ ਪਾਸੇ ਹਟ ਜਾਣ ਤੇ ਸਾਨੂੰ ਕੋਈ ਨਹੀਂ ਰੋਕ ਸਕਦਾ। ਇੱਧਰ ਨਾਰਾ ਆਪਾਂ ਇਹ ਲਾਤਾ, ਇਹ ਗੱਲ ਹੋਣ ਨਹੀਂ ਦਿਆਂਗੇ, ਕਿਸੇ ਨਾਲ ਧੱਕਾ ਹੋਣ ਨਹੀਂ ਦਿਆਂਗੇ। ਜਿਹੜੇ ਤਰੀਕੇ ਨਾਲ ਵੀ ਚਾਹੇ ਜੋ ਮਰਜ਼ੀ ਕਰਨਾ ਪੈ ਜਾਵੇ, ਅਸੀਂ ਤਿਆਰ ਹਾਂ। ਕੌਡੀ ਜਿੰਨਾ ਨਾ ਬੰਦੇ ਦਾ ਮੁੱਲ ਪੈਂਦਾ। ਜੇਕਰ ਜ਼ੁਲਮ ਨੂੰ ਦੇਖ ਕੇ ਡਰ ਜਾਵੇ, ਚੁੱਪ ਵੱਟ ਕੇ ਕਿਵੇਂ ਕੋਈ ਬਹਿ ਸਕਦਾ? ਅੱਖਾਂ ਸਾਹਮਣੇ ਲੁੱਟਿਆ ਕਰ ਜਾਵੇ। ਕਿਸੇ ਹੱਦ ਤੱਕ ਸ਼ਾਂਤਮਈ ਰਹਿ ਕੇ ਬੰਦਾ ਹੱਸ ਕੇ ਦੁਖੜੇ ਜਰ ਜਾਵੇ, ਐ ਪਰ ਹੱਦ ਵਿੱਚ ਜਦੋਂ ਵੱਧ ਹੋ ਜੇ ਕੁਝ ਕਰ ਜਾਵੇ ਜਾਂ ਫਿਰ ਮਰ ਜਾਵੇ। ਤੇ ਜ਼ਕਰੀਆ ਖਾਨ ਦੇ ਅੰਦਰ ਸਾਡੇ ਲਈ ਇੰਨੀ ਜੈਲਸੀ ਸੀ, ਇੰਨੀ ਅਲਰਜੀ ਸੀ, ਇੰਨੀ ਈਰਖਾ ਸੀ। ਜ਼ਕਰੀਆ ਖਾਨ ਸਾਨੂੰ ਦੇਖਣਾ ਨਹੀਂ ਸੀ ਚਾਹੁੰਦਾ। ਸਿਰਾਂ ਦੇ ਮੁੱਲ ਵੀ ਰੱਖੇ ਗਏ, ਆਪਦੇ ਸੂਹੀਏ ਸੱਦੇ, ਝੋਲੀ ਚੁੱਕ ਸੱਦੇ, ਜਿਹੜੇ ਸੂਹ ਦਿੰਦੇ ਸੀ ਗੁਰੂ ਦੇ ਲਾਲਾਂ ਦੀ। ਹਰ ਭਗਤ ਨਰੰਜਣੀਆਂ, ਕਰਮਾ ਸ਼ੀਨਾ। ਤੇ ਇੱਕ ਆ ਜਿਹੜਾ ਮੱਸਾ, ਇਹ ਮੰਡਿਆਲੇ ਦਾ ਸੀਗਾ, ਇਹ ਵੀ ਸੂਹੀਆ ਹੀ, ਮੱਸਾ ਵੀ ਸੂਹੀਆ ਹੀ ਸੀ। ਤੇ ਮੱਸੇ ਨੂੰ ਇਹ ਆਰਡਰ ਕਰਤਾ ਉਹਨੇ, ਬਈ ਅਸੀਂ ਇਸ ਗੱਲ ਦਾ ਪਤਾ ਕੀਤਾ ਬਈ ਇਹਨਾਂ ਨੂੰ ਸਰੀਰਕ ਤੌਰ ਤੇ ਕੋਈ ਮਾਰ ਹੀ ਨਹੀਂ ਸਕਦਾ। ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦੇ, ਸਰੀਰਕ ਮੌਤ ਨੂੰ ਇਹ ਮੌਤ ਨਹੀਂ ਮੰਨਦੇ। ਇਹ ਤਾਂ ਕਹਿੰਦੇ ਨੇ ਸਰੀਰ ਤਾਂ ਵਾਹਿਗੁਰੂ ਦੀ ਦਾਤ ਆ, ਜਿੰਨਾ ਚਿਰ ਮਿਲਿਆ ਉਹਨਾਂ ਚਿਰ ਇਹ ਜੋ ਹੁਕਮ ਆ ਉਹ ਅਸੀਂ ਕਾਰਜ ਕਰਾਂਗੇ। ਲੇਕਿਨ ਅਸਲੀ ਮੌਤ ਤਾਂ ਉਹਨੂੰ ਮੰਨਦੇ ਨੇ ਜਦੋਂ ਇਹ ਵਾਹਿਗੁਰੂ ਨੂੰ ਵਿਸਾਰ ਦੇਣ। ਆਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ, ਧਨਵੰਤ ਮ੍ਰਿਤਕ ਕਹੀਆ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਤੇ ਉਹਨਾਂ ਨੂੰ ਤਾਂ ਕਹਿੰਦੇ ਨੇ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਚਰਖੜੀਆਂ ਤੇ ਚੜ ਜਾਂਦੇ ਨੇ, ਉਹਨਾਂ ਨੂੰ ਤਾਂ ਕਹਿੰਦੇ ਨੇ ਜਦੋਂ ਮਰਜ਼ੀ ਦੇਖ ਲਓ, ਆਹ ਸਾਹਮਣੇ ਖੜੇ ਨੇ। ਇਹ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦੇ। ਇਹ ਮੌਤ ਮੰਨਦੇ ਨੇ ਜਦੋਂ ਇਹ ਵਾਹਿਗੁਰੂ ਨਾਲ ਟੁੱਟ ਜਾਣ ਤੇ ਉਹ ਵਾਹਿਗੁਰੂ ਦਾ ਦਿੱਤਾ ਹੋਇਆ ਉਹ ਫਰਜ਼ ਜਿਹੜਾ ਵਾਹਿਗੁਰੂ ਨੇ ਇਹਨਾਂ ਨੂੰ ਸੌਂਪਿਆ ਉਹ ਭੁੱਲ ਕੇ ਜਿਉਣ, ਉਹਨੂੰ ਇਹ ਮੌਤ ਕਹਿੰਦੇ ਨੇ। ਇਹ ਕਹਿੰਦੇ ਨੇ ਜੇ ਜੀਵੈ ਪਤ ਲੱਥੀ ਜਾਏ, ਸਾਬ ਰਾਮ ਜੇ ਤੱਕ ਛਕਾਏ। ਜੇ ਕੋਈ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਦੇਵੇ, ਜੇ ਕੋਈ ਹਰਮੰਦਰ ਸਾਹਿਬ ਦਾ ਜਲ ਲਿਆ ਕੇ ਇਹਨਾਂ ਦੇ ਮੂੰਹ 'ਚ ਪਾ ਦੇਵੇ, ਜੇ ਕੋਈ ਕਾਲ ਤੱਕ ਸਭਾ ਨੂੰ ਸਿਰ ਕਰਕੇ ਸਿਰ ਝੁਕਾ ਦੇਵੇ, ਲੱਖਾਂ ਤੇ ਭਾਰੂ ਹੋ ਜਾਂਦੇ ਨੇ। ਉਹ ਇਹਨਾਂ ਕੋਲੇ ਗੈਬੀ ਸ਼ਕਤੀ ਵਾਹਿਗੁਰੂ ਦੀ ਆ ਜਾਂਦੀ ਹੈ, ਕਿਉਂਕਿ ਬਰਥੀ ਕਦੇ ਨਾ ਹੋਵੇ ਜਲ ਕੀ ਅਰਦਾਸ। ਜਾ ਕੋ ਮੁਸਕਲਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਗ ਪੇ ਵੱਜ ਖਲੇ, ਸਭੋ ਭੱਜੈ ਆਸਰਾ ਚੁੱਕਾ ਸਭ ਸਰਾਓ, ਚੇਤਾ ਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਬਾਓ। ਤੇ ਰੰਗੜ ਨੇ ਇੰਨੀ ਮੰਦੀ ਸੋਚੀ, ਉਹਦੀ ਮੱਤ ਮਾਰੀ ਗਈ। ਤੇ ਰੰਗੜ ਨੇ ਦਰਬਾਰ ਸਾਹਿਬ ਜਿੱਥੇ ਬਾਣੀ ਗੂੰਜਦੀ ਆ, ਇਹਨੂੰ ਕਹਿੰਦੇ ਨੇ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਐਸਾ ਕੀੜਾ ਨਾ ਆ ਜਾਵੇ ਸੰਗਤ ਜੀ, ਜਿਹੜਾ ਕੀੜਾ ਇਹਦੇ ਦਿਮਾਗ 'ਚ ਆ ਗਿਆ ਇਹ ਦੁਨੀਆ ਨੂੰ ਤਬਾਹ ਕਰ ਸਕਦਾ। ਤੇ ਇਹ ਬੰਦਾ ਆਪਦਾ ਘਰ ਤਬਾਹ ਕਰ ਸਕਦਾ, ਇਹ ਸਮਾਜ ਨੂੰ ਤਬਾਹ ਕਰ ਸਕਦਾ। ਇਸੇ ਕਰਕੇ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ। ਮੱਥਾ ਤਾਂ ਟੇਕਦੇ ਆ ਸੱਚੇ ਪਾਤਸ਼ਾਹ ਆਹ ਸਿਰ ਖਰਾਬ ਹੋਇਆ ਜਿਹਦਾ ਵੀ ਹੋਇਆ, ਆਹ ਸਿਰ ਖਰਾਬ ਹੋਇਆ, ਇੱਕ ਬੰਦੇ ਦਾ ਦਿਮਾਗ ਖਰਾਬ ਹੋਇਆ, ਇੱਥੇ ਬਲਡਬਾਰਾਂ ਲੱਗ ਗਈਆਂ, ਖੂਨ ਦੀਆਂ ਨਦੀਆਂ ਵਹਿ ਗਈਆਂ, ਕੀੜੀਆਂ ਮਕੌੜਿਆਂ ਨੂੰ ਦੁਨੀਆ ਮਾਰੀ ਗਈ, ਪਰ ਉਹਨਾਂ ਲੋਕਾਂ ਦੇ ਅੱਖ 'ਚ ਹੰਝੂ ਨਹੀਂ ਆਏ। ਇੱਕ ਬੰਦੇ ਦੇ ਦਿਮਾਗ ਖਰਾਬ ਹੋ ਕੇ ਕਿੰਨੀ ਦੁਨੀਆ ਦਾ ਘਾਣ ਹੁੰਦਾ ਰਿਹਾ। ਇਸੇ ਕਰਕੇ ਜਦੋਂ ਦਿਮਾਗ ਖਰਾਬ ਹੋ ਜੇ ਫਿਰ ਬੰਦਾ ਉਸੇ ਵਾਹਿਗੁਰੂ ਨੂੰ ਚੈਲੰਜ ਕਰ ਦਿੰਦਾ ਜਿਹੜੇ ਵਾਹਿਗੁਰੂ ਦੇ ਹੁਕਮ ਨਾਲ ਇਹਦੇ ਸਾਹ ਚੱਲਦੇ ਨੇ। ਜਿਹਦੇ ਹੁਕਮ ਨਾਲ ਸਾਹ ਲੈਂਦਾ ਇਹਨੂੰ ਇਹ ਤਾਂ ਪਤਾ ਨਹੀਂ ਅਗਲਾ ਸਾਹ ਆਉਣਾ ਜਾਂ ਨਹੀਂ ਆਉਣਾ, ਇਹ ਦਾਅਵੇ ਏਡੇ ਏਡੇ ਕਰਦਾ, ਉਸੇ ਵਾਹਿਗੁਰੂ ਨੂੰ ਇਹ ਚੈਲੰਜ ਕਰ ਦਿੰਦਾ, ਉਸੇ ਵਾਹਿਗੁਰੂ ਨਾਲ ਟੱਕਰ ਲੈ ਲੈਂਦਾ। ਆ ਵਾਹਿਗੁਰੂ ਨੇ ਟੱਕਰੀ ਆ ਜਿੱਥੇ ਬਾਣੀ ਗੂੰਜਦੀ ਹੈ, ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਾਸਾ, ਜਿੱਥੇ 24 ਘੰਟੇ ਅੰਮ੍ਰਿਤ ਵਰਸਦਾ, ਤੇ ਜਿੱਥੇ ਕੀਰਤਨ ਦੀਆਂ ਧੁਨਾਂ ਨਿਕਲੀਆਂ ਹੋਈਆਂ, ਬਾਣੀ ਦੀਆਂ ਰੇਸ਼ਮਾਂ, ਬਾਣੀ ਦੀਆਂ ਰੂਹਾਨੀ ਕਰਨਾ, ਦੁਨੀਆ ਦੇ ਸਾਰੇ ਹੱਦ ਬੰਨੇ ਟੱਪ ਕੇ ਜਾਤਾਂ ਪਾਤਾਂ ਮਜ਼ਹਬਾਂ
ਧਰਮਾਂ ਦੇ ਸਾਰੇ ਬਲਗੜਾ ਲੰਘ ਕੇ ਹੱਦਬੰਦੀਆਂ ਲੰਘ ਕੇ ਪੂਰੀ ਦੁਨੀਆ ਦੀ ਆਤਮਾ ਨੂੰ ਠੰਡ ਪਾਉਂਦੀਆਂ ਨੇ। ਉੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਸਨ ਇਹਦੇ ਪਲਗ ਡਾਲਿਆ, ਪਲਗ ਤੇ ਆਪ ਬਹਿ ਗਿਆ। ਇਹਨੂੰ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਇਹਨੂੰ ਕਹਿੰਦੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਮੱਤ ਮਾਰੀ ਗਈ ਉਸੇ ਵਾਹਿਗੁਰੂ ਦਾ ਵੈਰੀ। ਜਿੱਥੇ ਬਾਣੀ ਦਾ ਵਾਸਾ ਹੋਵੇ ਉੱਥੇ ਸਾਹਮਣੇ ਚੌਕੀ ਰੱਖ ਕੇ ਉੱਤੇ ਸ਼ਰਾਬ ਦੀ ਬੋਤਲ ਰੱਖ ਲਈ, ਹੁੱਕਾ ਪੀਣਾ ਸ਼ੁਰੂ ਕਰ ਦਿੱਤਾ। ਇੱਥੋਂ ਆਉਂਦਾ ਫਿਰ ਸਾਡਾ ਬਾਬਰ ਸ਼ੇਰ ਬਲਾਕਾ ਸਿੰਘ, ਤੇ ਬਲਾਕਾ ਸਿੰਘ ਮੱਥਾ ਟੇਕਣ ਆਇਆ। ਕੁਛ ਦੇਰ ਸੋਚਦਾ ਰਿਹਾ, ਉਹ ਸੱਚਿਆ ਪਾਤਸ਼ਾਹ ਆਹ ਦੇਖਣ ਨੂੰ ਆ ਜ਼ਿੰਦਗੀ ਦਿੱਤੀ ਸੀ, ਕੀ ਵੇਖ ਰਹੇ ਆ? ਸੱਚੇ ਪਾਤਸ਼ਾਹ ਪ੍ਰਾਣ ਸਾਨੂੰ ਬਹੁਤ ਪਿਆਰੇ ਨੇ, ਪਰ ਤੂੰ ਤਾਂ ਪ੍ਰਾਣਾਂ ਤੋਂ ਵੀ ਪਿਆਰਾ ਜਿਹਨੇ ਪ੍ਰਾਣ ਦਿੱਤੇ ਨੇ। ਆ ਪ੍ਰਾਣ ਕੀ ਕਰਨੇ ਨੇ ਸੱਚੇ ਪਾਤਸ਼ਾਹ? ਜੇ ਪ੍ਰਾਣਾਂ ਤੋਂ ਪਿਆਰੇ ਦੀ ਸਾਹਮਣੇ ਬੇਅਦਬੀ ਹੁੰਦੀ ਹੋਵੇ, ਜਿੱਥੋਂ ਜ਼ਿੰਦਗੀ ਮਿਲਦੀ ਆ ਉਹ ਜ਼ਿੰਦਗੀ ਦੇ ਉੱਤੇ ਹੀ ਕੋਈ ਵਾਰ ਕਰ ਦੇਵੇ, ਤੇ ਸਾਡੀਆਂ ਲੋਥਾਂ ਤੋਂ ਅਸੀਂ ਕੀ ਲੈਣਾ? ਧਰਗਤਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ ਕੁਝ ਸੋਚਿਆ। ਵੈਸੇ ਤਾਂ ਦਿਲ ਕਰਦਾ ਸੀ ਬੱਬਰ ਸ਼ੇਰ ਵਾਂਗੂ ਵੀ ਝਪਟ ਪਾ, ਕਿਉਂਕਿ ਸ਼ੇਰ ਦਾ ਸੁਭਾਅ ਹੁੰਦਾ, ਸ਼ੇਰ ਇੰਨਾ ਚਿਰ ਤਾਂ ਲਾਉਂਦਾ ਹੀ ਨਹੀਂ। ਸ਼ੇਰ ਦਾ ਸੁਭਾਅ ਹੁੰਦਾ, ਸ਼ੇਰ ਦਾ ਸੁਭਾਅ ਵੀ ਦੇਖਣ ਸਾਰ ਝਪਟਣਾ। ਪਰ ਸ਼ੇਰ ਨੇ ਕੁਝ ਸੋਚ ਕੇ, ਕਿਉਂਕਿ ਗੁਰੂ ਸਾਹਿਬ ਨੇ ਅਕਲ ਦੀ ਦਾਤ ਬਖਸ਼ੀ ਆ, ਕੁਝ ਸੋਚ ਲਿਆ, ਸੋਚ ਕੇ ਫੈਸਲਾ ਕਰ ਲਿਆ ਮੈਨੂੰ ਸਿੰਘਾਂ ਨੂੰ ਦੱਸਣਾ ਚਾਹੀਦਾ, ਫਿਰ ਚਾਹੇ ਮੇਰੀ ਸੇਵਾ ਹੀ ਲਾ ਦੇਣ। ਇੱਥੋਂ ਪਤਾ ਕਰਦਾ ਹੋਇਆ ਮਾਝੇ ਤੋਂ ਤੁਰਿਆ ਦੁਆਬੇ 'ਚ ਗਿਆ, ਦੁਆਬੇ ਤੋਂ ਤੁਰਿਆ ਮਾਲਵੇ 'ਚ ਗਿਆ, ਮਾਲਵੇ ਤੋਂ ਤੁਰਿਆ ਅੱਗੇ ਦਾ ਹੋਇਆ ਮਾਝੇ ਤੋਂ ਤੁਰਿਆ ਦੁਆਬੇ 'ਚ ਗਿਆ, ਦੁਆਬੇ ਤੋਂ ਤੁਰਿਆ ਮਾਲਵੇ 'ਚ ਗਿਆ, ਮਾਲਵੇ ਤੋਂ ਤੁਰਿਆ ਅੱਗੇ ਪੁੱਛਦਾ ਪਛਾਉਂਦਾ ਉਹ ਬੀਕਾਨੇਰ ਚਲਿਆ ਗਿਆ। ਬੀਕਾਨੇਰ ਜਾ ਕੇ ਪਤਾ ਲੱਗਿਆ ਵੀ ਇੱਥੇ ਇੱਕ ਝੀਲ, ਇੱਕ ਛੱਪੜ ਦੇ ਪਾਣੀ ਦੇ ਕੋਲ, ਪਾਣੀ ਦਾ ਸੀਗਾ ਨਾ ਸਿੱਧੇ ਇੰਤਜ਼ਾਮ ਕੀਤਾ ਸਿੰਘਾਂ ਦਾ। ਇੱਥੇ ਬਾਬਾ ਸ਼ਾਮ ਸਿੰਘ ਜੀ, ਜਥੇਦਾਰ ਬਾਬਾ ਬੁੱਢਾ ਸਿੰਘ ਜੀ, ਉਹਨਾਂ ਦੇ ਜੱਥੇ ਨੇ। ਉਹ ਬੱਬਰ ਸ਼ੇਰ, ਉਹ ਕੋਵਰੇ ਸੱਪ, ਉਹ ਕੁੰਡਲੀਏ ਕਿਹੜੇ ਵੇਲੇ ਕਿਹਦੇ ਤੇ ਕਰੇ ਹਮਲਾ, ਹੁੰਦਾ ਕੋਈ ਤਬਾਰ ਭੁਝਕਦਾ ਨਾ। ਆਤ ਦੇਸ਼ ਦੀ ਜਾਣਦੀ ਕੁਲ ਦੁਨੀਆ, ਇਹਦੇ ਸਾਹਮਣੇ ਕੋਈ ਵੀ ਖੰਗਦਾ ਨਾ। ਜਿਹੜੀ ਜਗ੍ਹਾ ਇਹਦਾ ਨਿਵਾਸ ਹੁੰਦਾ ਡਰਦਾ ਉੱਥੋਂ ਦੀ ਕੋਈ ਲੰਘਦਾ ਨਾ। ਇੱਕ ਵੇਖਿਆ ਇਸ ਦੀ ਸਿਫਤ ਵੱਡੀ, ਛੇਦੀ ਕਿਤੇ ਕਿਸੇ ਨੂੰ ਡੰਗਦਾ ਨਾ। ਐ ਪਰ ਚਰਨ ਸਿਆ ਜੇ ਡੰਗ ਦੇਵੇ ਮਰਨ ਵਾਲਾ ਫਿਰ ਪਾਣੀ ਵੀ ਮੰਗਦਾ ਨਾ। ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨੂੰ ਕਹਿੰਦੇ ਹੁੰਦੇ ਨੇ ਬੰਦੇ ਦਾ ਕੋਈ ਇਸ ਤਰ੍ਹਾਂ ਦਾ ਗੁਣ ਉਹ ਕਿਸੇ ਹੋਰ ਦੀ ਤਸ਼ਬੀਹ ਦੇ ਕੇ ਪ੍ਰਗਟ ਕਰਨਾ। ਇਹ ਗੁਣ ਇਸ ਕਰਕੇ ਗੁਰੂ ਸਾਹਿਬ ਨੇ ਆਪਣੇ ਵਿੱਚ ਪ੍ਰਗਟ ਕੀਤਾ ਬਈ ਜਿਹੜਾ ਕੁੰਡਲੀਆ ਸੱਪ ਆ, ਉਹ ਕੁੰਡਲੀਆ ਸੱਪ ਜਿਹਨੂੰ ਡੰਗ ਦੇਵੇ ਮੁੜ ਕੇ ਪਾਣੀ ਨਹੀਂ ਮੰਗਣ ਦਿੰਦਾ। ਇਸੇ ਕਰਕੇ ਕਿਹਾ ਨਾ ਜਫਰਨਾਮੇ 'ਚ, ਛੇ ਛੁੱਟ ਕੇ ਚੂੰ ਬਚਗਾ ਕੁਸ਼ਤਾ ਚਾਰ, ਕਿ ਬਾਕੀ ਬਿਮਾਰ ਦਸ ਪਜੀਦਾ ਮਾਰ। ਤੂੰ ਇਹੋ ਜਿਹਾ ਕੋਈ ਪਿਤਾ ਦੇਖਿਆ ਦੁਨੀਆ ਦੇ ਵਿੱਚ? ਇਹੋ ਜਿਹਾ ਬਾਪ ਕੋਈ ਦੇਖਿਆ? ਉਹ ਬਾਪ ਤਾਂ ਧਾਹਾਂ ਮਾਰਦੇ ਨੇ ਜੇ ਕਿਤੇ ਪੁੱਤ ਨਾ ਦਿਸੇ। ਦੇਖਿਆ ਕਿ ਗੁਰੂ ਗੋਬਿੰਦ ਸਿੰਘ ਵਰਗਾ ਬਾਪ? ਤੇ ਪਤਾ ਲੱਗੇ ਵੀ ਚਾਰੇ ਸਾਹਿਬਜ਼ਾਦੇ ਸੱਚਖੰਡ ਚਲੇ ਗਏ, ਤੇ ਬਾਪ ਕਹਿੰਦਾ ਮੇਰਾ ਕੁੰਡਲੀਆ ਸੱਪ ਜਿਉਂਦਾ। ਔਰੰਗਜ਼ੇਬ ਇਹਦਾ ਇੱਕ ਹੀ ਫਰਾਟਾ ਤੈਨੂੰ ਪੈਰਾਂ ਤੋਂ ਸਿਰ ਤੱਕ ਨੀਲਾ ਕਰਕੇ ਸਿੱਟ ਦੂ, ਤੇਰੀ ਹਕੂਮਤ ਨੂੰ ਨੇਸ਼ ਤੋਂ ਨਾਬੂਦ ਕਰਨ ਦੀ ਸਮਰੱਥਾ ਰੱਖਦਾ ਹੈ। ਕਿਉਂਕਿ ਇਹ ਵਾਹਿਗੁਰੂ ਤੋਂ ਡਰਦਾ, ਇਹ ਹੋਰ ਕਿਸੇ ਤੋਂ ਨਹੀਂ ਡਰਦਾ। ਕੋਈ ਬੀਨ ਇਹਨੂੰ ਕੀਲ ਨਹੀਂ ਸਕਦੀ, ਕੋਈ ਸਪੇਰਾ ਇਹਨੂੰ ਬਸ ਨਹੀਂ ਕਰ ਸਕਦਾ, ਕੋਈ ਪਟਾਰੀ ਇਹਨੂੰ ਕੈਦ ਨਹੀਂ ਕਰ ਸਕਦੀ, ਕੋਈ ਜੰਤਰ ਮੰਤਰ ਤੰਤਰ ਇਹਦੇ ਫਰਾਟੇ ਨੂੰ ਕਮਜ਼ੋਰ ਨਹੀਂ ਕਰ ਸਕਦਾ। ਸੰਗ ਜੀ ਭਾਈ ਬਲਾਕਾ ਸਿੰਘ ਜੀ ਉੱਥੇ ਜਾ ਕੇ ਨਾ ਦੀਵਾਨ ਸਜਿਆ ਹੋਇਆ ਸੀਗਾ, ਉੱਚੀ ਉੱਚੀ ਰੋਣ ਲੱਗੇ, ਕਿਉਂਕਿ ਸਿੰਘ ਦਾ ਸਿੰਘ ਨਾਲ ਪਿਆਰ ਹੁੰਦਾ। ਸਿੰਘਾਂ ਦਾ ਤਾਂ ਸਭ ਨਾਲ ਹੀ ਭਾਈ ਪਿਆਰ ਆ, ਉਹ ਤਾਂ ਫਿਰ ਸੀਗਾ ਲਾਡਲਾ ਗੁਰੂ ਦਾ। ਤੇ ਸਿੰਘਾਂ ਨੇ ਬੜੇ ਪਿਆਰ ਨਾਲ ਆਹ ਕੰਗ ਪਿੰਡ ਦੇ ਭਾਈ ਬਲਾਕਾ ਸਿੰਘ ਜੀ ਨੂੰ ਬੜੇ ਪਿਆਰ ਨਾਲ ਸਟੇਜ ਤੇ ਲੈ ਕੇ ਆਏ। ਕਹਿੰਦੇ ਗੱਲ ਸੁਣ ਸ਼ੇਰਾ, ਭਾਜੀਆਂ ਪੈਂਦੀਆਂ ਹੁੰਦੀਆਂ ਨੇ ਗੁਰੂ ਦੇ ਲਾਲਾਂ ਨੂੰ, ਕਿਸੇ ਨੇ ਭਾਜੀ ਪਾਦੀ ਹੋਣੀ ਆਪਾਂ ਮੋੜ ਦਿਆਂਗੇ, ਤੂੰ ਦਿਲ ਛੋਟਾ ਕਿਉਂ ਕਰਦਾ? ਭਾਈ ਬਲਾਕਾ ਸਿੰਘ ਜੀ ਕਹਿੰਦੇ ਵੀਰ ਜੀ ਇਹ ਗੱਲ ਨਹੀਂ, ਖਾਲਸਾ ਜੀ ਇਹ ਗੱਲ ਨਹੀਂ, ਆਪਾਂ ਮਰ ਜੀਏ ਕੋਈ ਪਰਵਾਹ ਨਹੀਂ, ਆਪੇ ਗੁਰੂ ਜਿੱਥੇ ਰੂਹ ਦੀ ਡਿਊਟੀ ਲਾਊਗੀ ਰੂਹ ਅੱਗੇ ਚਲੀ ਜਾਂਦੀ ਆ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸੁਣਾਏ ਜੀ, ਉਹਦੀ ਕੋਈ ਪਰਵਾਹ ਨਹੀਂ। ਤੇ ਆਪਣੇ ਘਰ-ਬਾਰ ਤਬਾਹ ਹੋ ਜਾਣ ਕੋਈ ਪਰਵਾਹ ਨਹੀਂ, ਘਰ ਗੁਰੂ ਨੇ ਦਿੱਤੇ ਨੇ। ਤੇ ਜੇ ਉਹ ਗੁਰੂ ਦੇ ਦਿੱਤੇ ਘਰ ਨਾ ਰਹਿਣ ਤਾਂ ਵੀ ਕੋਈ ਗੱਲ ਨਹੀਂ। ਤੇ ਜੇ ਆਪਣੇ ਪਰਿਵਾਰ ਵੀ ਕੁਰਬਾਨ ਹੋ ਜਾਣ ਉਹ ਵੀ ਗੁਰੂ ਦੇ ਹੀ ਨੇ, ਉਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਨੇ। ਗੁਰੂ ਲੈ ਗਿਆ, ਸਾਨੂੰ ਕੋਈ ਦੁੱਖ ਨਹੀਂ, ਪਰ ਦੱਸਿਆ ਨਹੀਂ ਜਾਂਦਾ, ਬੇਤੇ ਨਹੀਂ ਦੱਸਿਆ ਜਾਂਦਾ। ਓਏ ਜੇ ਗੁਰੂ ਸਾਹਿਬ ਤੇ ਹੀ, ਗੁਰੂ ਦੇ ਦਰ ਤੇ ਹੀ ਹਮਲਾ ਹੋ ਜਵੇ, ਬੇ ਤੋਂ ਅੱਗੇ ਨਹੀਂ ਦੱਸਿਆ ਜਾਣਾ। ਸਿੰਘ ਕਹਿੰਦੇ ਸ਼ੇਰਾ ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ, ਉਹ ਚੇਤੇ ਕਰ ਉਹ ਜੋਧਿਆ 5 ਸਾਲ ਉਮਰ ਸੀ ਫਤਿਹ ਸਿੰਘ ਦੀ, 5 ਸਾਲ ਵੀਰ ਜੀ, 5 ਸਾਲ ਦਾ ਗੱਜਿਆ ਸੀ ਕਚਹਿਰੀ ਦੇ ਵਿੱਚ।
ਉਹ ਵਜੀਦਿਆ ਤੂੰ ਤਾਨੇ ਮਾਰਦਾ, ਇਹ ਤੁਹਾਡੇ ਪਿਓ ਦਾ ਆਨੰਦਪੁਰ ਨਹੀਂ, ਇਹ ਮੇਰੀ ਕਚਹਿਰੀ ਆ, ਮੈਂ ਸੂਬੇਦਾਰ ਆ, ਮੇਰੀ ਕਚਹਿਰੀ ਆ ਸਰਹੰਦ, ਕਿਹੜੀਆਂ ਗੱਲਾਂ ਕਰਦੇ ਹੋ। ਫਤਿਹ ਸਿੰਘ ਨੇ ਕਿਹਾ ਸਭ ਵਜੀਦਿਆ ਤੈਨੂੰ ਇਹ ਨਹੀਂ ਪਤਾ ਵੀ ਸਾਡਾ ਇਤਿਹਾਸ ਬਾਬਰ ਦੀਆਂ ਚੱਕੀਆਂ ਪੀਣ ਦਾ ਇਤਿਹਾਸ ਹੈ, ਸਾਡੇ ਵੱਡੇ ਵਡੇਰਿਆਂ ਦਾ। ਅਸੀਂ ਤੱਤੀਆਂ ਤਵੀਆਂ ਨੂੰ ਮਜ਼ਾਕ ਸਮਝਿਆ ਸੀ, ਅਸੀਂ ਚਾਂਦਨੀ ਚੌਂਕ ਦੇ ਮੂੰਹ ਮੋੜ ਤੇ ਸਾਡਾ ਬਾਪ ਹੱਥਾਂ ਪੈਰਾਂ ਦੀ ਪਾਈ ਫਿਰਦਾ, ਤੁਹਾਨੂੰ ਤੂੰ ਪੁੱਛਦਾ ਬਈ ਤੁਹਾਡੇ ਪਿਓ ਦਾ ਆਨੰਦਪੁਰ ਨਹੀਂ ਇਹ। ਯਾਦ ਰੱਖੀ ਇੱਕ ਗੱਲ, ਜੇ ਜਗ੍ਹਾ ਬਦਲੀ ਹੈ ਅਸਲਾ ਤਾਂ ਨਹੀਂ ਬਦਲ ਜਾਂਦਾ, ਨਸਲ ਤਾਂ ਉਹੀ ਰਹਿੰਦੀ ਹੁੰਦੀ ਆ। ਉਹ ਕੀ ਹੋ ਗਿਆ ਜੀ ਅੱਜ ਆਨੰਦਪੁਰ ਨਹੀਂ ਖੜੇ, ਅੱਜ ਸਰਹੰਦ ਖੜੇ ਆ। ਉਹ ਪੁੱਤ ਤਾਂ ਗੁਰੂ ਗੋਬਿੰਦ ਸਿੰਘ ਦੇ ਹੀ ਆ। ਜੇ ਕੋਬਰੇ ਨੂੰ ਚੱਕ ਕੇ 20-25 ਮੀਲ ਕਿਤੇ ਹੋਰ ਧਰ ਦਈਏ ਉਹ ਕਿਹੜਾ ਚੂਹਾ ਬਣ ਗਿਆ, ਪੁੱਤ ਤਾਂ ਗੁਰੂ ਗੋਬਿੰਦ ਸਿੰਘ ਦੇ ਹੀ ਆ। ਉਹ ਵਜੀਦਿਆ ਯਾਦ ਰੱਖੀ, ਆ ਤੇਰੇ ਮਹਿਲਾਂ ਦੇ ਖੰਡਰ ਨਹੀਂ ਲੱਭਣੇ, ਸਾਡੇ ਆਨੰਦਪੁਰ ਬਲ ਬਾਵਲੇ ਬਾਪੂ ਦੇ ਝੰਡੇ ਆ ਤੇਰੀ ਸਰਹੱਦ ਤੇ ਝੁੱਲਣਗੇ। ਝੁੱਲਦੇ ਨੇ ਤੇ ਉਹਦਾ ਨਾਂ ਵੀ ਫਤਿਹਗੜ੍ਹ ਸਾਹਿਬ ਆ। ਫਤਿਹ ਸਿੰਘ ਦੇ ਨਾਂ ਤੇ 5 ਸਾਲ ਹੀ ਦੁਨੀਆ ਤੇ ਰਿਹਾ। ਉਹ ਕਹਿੰਦੇ ਸ਼ੇਰਾ ਉਹ ਦੱਸ ਤੂੰ ਜਿਗਰਾ ਕਰਕੇ, ਪਹਿਲਾਂ ਕਿਸੇ ਨੂੰ ਨਿਉਂਦਾ ਪਾਉਣਾ ਨਹੀਂ, ਜੇ ਕਿਸੇ ਨੇ ਪਾਤਾ ਤਾਂ ਤਿਆਰ ਬੈਠੇ ਆ ਗੁਰੂ ਦੇ ਖਾਲਸੇ, 21 ਦਾ 101 ਤਿਆਰ ਆ, ਤੱਤ ਫੱਟ ਮਹਿਰ ਮੌਕੇ ਤੇ ਬਿਲਕੁਲ ਕੋਈ ਧਾਰ ਨਹੀਂ ਕਰਾਂਗੇ। ਕਹਿੰਦਾ ਮੇਰੇ ਤੇ ਦੱਸਿਆ ਨਹੀਂ ਜਾਂਦਾ, ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਮਡਿਆਲੇ ਦਾ ਹੁੱਕਾ ਪੀਂਦਾ, ਸ਼ਰਾਬ ਦੇ ਦੌਰ ਚੱਲਦੇ ਨੇ। ਇੱਕ ਲਾਹੌਰ ਤੋਂ ਹੀਰਾ ਬਾਜ਼ਾਰ ਤੋਂ ਕੰਜਰੀ ਲੈ ਆਇਆ, ਉਹ ਜਿੱਥੇ ਗੁਰਬਾਣੀ ਦੇ ਸ਼ਬਦ ਗੂੰਜਦੇ ਸਨ ਉੱਥੇ ਕੰਜਰੀ ਦੇ ਘੁੰਗਰੂ ਛਲਕਦੇ ਨੇ। ਬਸ ਖਾਲਸਾ ਜੀ ਮੇਰੇ ਤੋਂ ਅੱਗੇ ਨਹੀਂ ਦੱਸ ਹੁੰਦਾ, ਜਾਪ ਦਾ ਨਾਂ ਬਦਲ ਲਓ, ਆਪਣੇ ਆਪ ਨੂੰ ਸਿੰਘ ਨਾ ਕਹੋ, ਜਾਂ ਜਾ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਖਾਤਰ ਆਪਦੀਆਂ ਜਾਨਾਂ ਵਾਰ ਕੇ ਆਪਦੇ ਗੁਰੂ ਸਾਹਿਬ ਦੇ ਪੁੱਤਰ ਹੋਣ ਦਾ ਦੁਨੀਆ ਤੋਂ ਮਾਣ ਪ੍ਰਾਪਤ ਕਰੋ। ਤੇ ਦੋਹਾਂ ਗੱਲਾਂ 'ਚੋਂ ਇੱਕ ਗੱਲ ਹੋਣੀ ਚਾਹੀਦੀ ਹੈ। ਕੀ ਕਹਿ ਰਹੇ ਨੇ ਭਾਈ ਬਲਾਕਾ ਸਿੰਘ ਜੀ? ਦੇਖੋ ਇੱਥੇ ਜਦੋਂ ਆਪਾਂ ਬੈਠੇ ਆ, ਆਪਾਂ ਅੱਖਾਂ ਨਾਲ ਤਾਂ ਨਹੀਂ ਉਹਨਾਂ ਨੂੰ ਦੇਖਦੇ, ਆਪਾਂ ਸੁਰਤੀਆਂ ਨਾਲ ਦੇਖਦੇ ਆ, ਆਪਾਂ ਸੁਰਤੀ ਦੀਆਂ ਅੱਖਾਂ ਨਾਲ ਦੇਖਦੇ ਆ। ਹੁਣ ਆਪਣੀ ਸਾਰਿਆਂ ਦੀ ਸੁਰਤੀ ਬੀਕਾਨੇਰ ਪਹੁੰਚੀ ਹੋਈ ਆ। ਕੰਗ ਪਿੰਡ ਦਾ ਬਲਾਕਾ ਸਿੰਘ ਉਹ ਖੜੱਪੇ ਸੱਪਾਂ ਨੂੰ ਉਹ ਬੀਕਾਨੇਰ ਜਾ ਕੇ ਕਹਿੰਦਾ ਸ਼ੇਰੋ ਉਹ ਕੀ ਕਰੋਗੇ ਘਰ-ਬਾਰ ਛੱਡ ਕੇ ਜੇ ਆਪਣੇ ਗੁਰੂ ਸਾਹਿਬ ਦੀ ਕਿਸੇ ਨੇ ਸ਼ਾਨ ਨੂੰ ਹੀ ਹੱਥ ਪਾ ਲਿਆ। ਕੀ ਕਹਿ ਰਿਹਾ? ਦਾਸ ਨੇ ਲਿਖੀ ਆ ਇਹ ਕਵਿਤਾ, ਤੇ ਬਾਕੀ ਕੈਸਟ ਵੀ ਸਾਡੀ ਰਿਕਾਰਡ ਹੋਈ ਆ। ਸ਼ੇਰੋ ਤੁਹਾਡੇ ਘੁਰਨਿਆਂ ਦੇ ਵਿੱਚ ਗਿੱਦੜ ਕਰਨ ਕਲੋਲਾਂ। ਟੇਕ ਹੈ। ਸਿੰਘ ਕਹਿੰਦੇ ਨੇ 10 ਬੋਲ ਬਲਾਕਾ ਸਿਆ ਕੀ ਹੈ ਹਾਲ ਗੁਰੂ ਦੇ ਘਰ ਦਾ। ਆਪਦੇ ਘਰਾਂ ਬਾਰੇ ਨਹੀਂ ਪੁੱਛਦੇ ਨਾ ਆਪਦੇ ਬੱਚਿਆਂ ਬਾਰੇ ਪੁੱਛਦੇ ਨੇ, ਗੁਰੂ ਦੇ ਘਰ ਦਾ ਕੀ ਹੈ। ਸਿੰਘ ਕੋਲੇ ਸਿੰਘਾਂ ਦੇ
दर्शन करके भुल्लां बख्शा लईए तेरे चरनां ते सिर धर के। हाल सुना दे तू सतगुरु रामदास दे दर दा, दस बोल बलाका सिया की है हाल गुरु दे घर दा। ਪਹਿਲਾਂ ਤਾਂ ਲੱਗਦਾ ਸੀ ਕੋਈ ਲਿਆਇਆ ਏ ਖੁਸ਼ਖਬਰੀ, ਤੱਕ ਹਾਲਤ ਤੇਰੀ ਨੂੰ ਹੋ ਗਈ ਸਿੰਘਾਂ ਨੂੰ ਬੇਸਬਰੀ। पंज दस भरावा तू रखी ना कोई भी पर्दा, दस बोल बलाका सिया की है हाल गुरु दे घर दा। ਸਰ ਲੱਥ ਸੂਰਮੇ ਸੀ ਜਿਹੜੇ ਕੁੰਡੀਆਂ ਮੁੱਛਾਂ ਵਾਲੇ, ਵੇਖਣ ਨੂੰ ਤਰਸ ਗਏ ਕੀ ਹਾਲ ਸੁਣਾਵੇਂਗਾ ਸਾਰੇ ਜਾਣਨ ਦੇ ਲਈ ਕਾਲੇ। ਵੀ ਪੰਜ ਕੁਰਬਾਨੀ ਦਾ ਹਰ ਕੋਈ ਯੋਧਾ ਕਲਗੀ ਧਰਦਾ, ਦਸ ਬੋਲ ਬਲਾਕਾ ਸਿਆ ਕੀ ਹੈ ਹਾਲ ਗੁਰੂ ਦੇ ਘਰ ਦਾ। ਹੁਣ ਚਰਨ ਠਾਰਦੇ ਤੂੰ ਸਾਡਾ ਲੱਡ ਲੱਡ ਬਲਦਾ ਸੀਨਾ। ਹੁਣ ਚਰਨ ਠਾਰਦੇ ਤੂੰ ਸਾਡਾ ਲੱਟ ਲੱਟ ਬਲਦਾ ਸੀਨਾ। ਦਿਲ ਸਾਡੇ ਤੜਫ ਰਹੇ ਤੜਫੇ ਜੋ ਪਾਣੀ ਬਿਨ ਮੀਨਾ। ਮਹਿਬੂਦ ਸੁਭਾਤੀ ਤੋਂ ਜਾਵੇ ਜਿਵੇਂ ਬਬੀਹਾ ਮਰਦਾ, ਜਾਵੇ ਜਿਵੇਂ ਬਬੀਹਾ ਮਰਦਾ, ਦਸ ਬੋਲ ਬਲਾਕਾ ਸਿਆ ਕੀ ਹੈ ਹਾਲ ਗੁਰੂ ਦੇ ਘਰ ਦਾ। ਦਸ ਬੋਲ ਬਲਾਕਾ ਸਿਆ ਕੀ ਹੈ ਹਾਲ ਗੁਰੂ ਦੇ ਘਰ ਦਾ। ਇਤਿਹਾਸ ਸਰਵਣ ਕਰ ਰਹੇ ਸਿੱਖੀ ਦੇ ਵਾਰਸ ਜਿਨ੍ਹਾਂ ਨੇ ਆਪਣੇ